ਹੈਲੋ ਦੋਸਤੋ, ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ ਤੇ। ਦੋਸਤੋ, ਅੱਜ ਅਸੀਂ ਤੁਹਾਡੇ ਲਈ ਇਲੈਕਟ੍ਰਿਕ ਵਾਇਰਿੰਗ ਨਾਲ ਸੰਬੰਧਿਤ ਟੌਪਿਕ ਲੈ ਕੇ ਆਏ ਹਾਂ। ਆਓ ਜੀ ਹੁਣ ਅਸੀਂ ਇਸ ਬਾਰੇ ਸਾਰੀ ਜਾਣਕਾਰੀ ਪ੍ਰਾਪਤ ਕਰਦੇ ਹਾਂ। ਸੋ ਉਮੀਦ ਹੈ ਤੁਹਾਨੂੰ ਪਸੰਦ ਆਵੇਗਾ ਜੀ। ਇਲੈਕਟ੍ਰਿਕ ਵਾਇਰਿੰਗ ਵਿੱਚ ਸਭ ਤੋਂ ਪਹਿਲਾਂ ਅਸੀਂ ਵਾਇਰਿੰਗ ਨਾਲ ਸੰਬੰਧਿਤ ਮੁੱਢਲੇ ਵਾਇਰਿੰਗ ਪਦਾਰਥਾਂ ਦੀ ਜਾਣਕਾਰੀ ਪ੍ਰਾਪਤ ਕਰ ਲੈਂਦੇ ਹਾਂ ਜੀ। ਇਸ ਵਿੱਚ ਹੀ ਸਭ ਤੋਂ ਪਹਿਲਾਂ ਨੇ ਤਾਰਾਂ ਜਾਂ ਕੇਬਲ ਜੋ ਕਿ ਅੱਜ ਕੱਲ੍ਹ ਆਮ ਵਰਤੋਂ ਵਿੱਚ ਲਿਆਂਦੀਆਂ ਜਾਂਦੀਆਂ ਨੇ ਜੀ। ਇਹਨਾਂ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹਾਂ ਜੀ। ਸਭ ਤੋਂ ਪਹਿਲਾਂ ਜੀ PVC ਕੇਬਲਸ, ਫਿਰ ਹੈ ਜੀ CTS ਅਤੇ TRS ਕਾਪਰ ਕੇਬਲਸ, ਫਿਰ ਹੈ ਜੀ ਵੈਦਰ ਪ੍ਰੂਫ ਕਾਪਰ ਤਾਰਾਂ, ਫਲੈਕਸੀਬਲ ਕਾਪਰ ਤਾਰਾਂ, ਐਲੂਮੀਨੀਅਮ ਦੇ ਚਾਲਕਾਂ ਵਾਲੀਆਂ ਤਾਰਾਂ, ਤਾਂਬੇ ਦੀ ਅਰਥਿੰਗ ਆਦਿ ਲਈ ਵਰਤੀਆਂ ਜਾਂਦੀਆਂ ਤਾਰਾਂ, ਅਰਥ ਜਾਂ ਟੇਕ ਵਾਸਤੇ GI ਤਾਰਾਂ ਜਿਨ੍ਹਾਂ ਵਿੱਚ ਲੋਹੇ ਦੀ ਕੋਰ ਤਾਰ ਤੇ ਜਿਸਤ ਦੀ ਪਰਤ ਚੜ੍ਹੀ ਹੁੰਦੀ ਹੈ, ਲੈਡ ਸੀਥਡ ਤਾਰਾਂ, BIR ਤਾਰਾਂ ਜਿਨ੍ਹਾਂ ਦੀ ਵਰਤੋਂ ਘਟ ਗਈ ਹੈ ਜੀ। ਠੀਕ ਹੈ ਜੀ, ਇਹ ਸਾਰੀਆਂ ਤਾਰਾਂ ਦੀਆਂ ਕਿਸਮਾਂ ਨੇ ਜੀ ਜੋ ਕਿ ਅੱਜ ਕੱਲ੍ਹ ਵਰਤੀਆਂ ਜਾਂਦੀਆਂ ਨੇ। ਨੈਕਸਟ ਹੈ ਜੀ ਕਲੀਟਸ। ਇਹ ਜੀ ਚੀਨੀ ਮਿੱਟੀ ਦੇ ਬਣੇ ਵਿਸ਼ੇਸ਼ ਪ੍ਰਕਾਰ ਦੇ ਬ੍ਰੈਕਟ ਹੁੰਦੇ ਨੇ। ਇਹਨਾਂ ਦੀ ਵਰਤੋਂ ਤਾਰਾਂ ਨੂੰ ਪਕੜਨ ਅਤੇ ਸਹਾਰਾ ਦੇਣ ਵਾਸਤੇ ਕੀਤੀ ਜਾਂਦੀ ਹੈ ਜੀ। ਇਹਨਾਂ ਉੱਪਰ 2 ਜਾਂ 3 ਝਰੀਆਂ ਪਾਈਆਂ ਹੁੰਦੀਆਂ ਨੇ ਜੀ। ਠੀਕ ਹੈ ਜੀ, ਇਸ ਨੂੰ ਅਸੀਂ ਕਹਿੰਦੇ ਹਾਂ ਜੀ ਕਲੀਟਸ। ਨੈਕਸਟ ਹੈ ਜੀ ਲੱਕੜ ਦੀ ਕੇਸਿੰਗ ਕੈਪਿੰਗ। ਇਹ ਲੱਕੜ ਦੀਆਂ ਨਾਲੀਦਾਰ ਫੱਟੀਆਂ ਹੁੰਦੀਆਂ ਨੇ ਜੀ। ਇਹਨਾਂ ਦੀ ਵਰਤੋਂ ਕੁਝ ਸਾਲ ਪਹਿਲਾਂ ਅੰਦਰੂਨੀ ਵਾਇਰਿੰਗ ਵਾਸਤੇ ਕੀਤੀ ਜਾਂਦੀ ਸੀ ਜੀ। ਅੱਜ ਕੱਲ੍ਹ ਇਹਨਾਂ ਦੀ ਵਰਤੋਂ ਬਿਲਕੁਲ ਖਤਮ ਹੋ ਚੁੱਕੀ ਹੈ ਜੀ। ਇਹ ਫੱਟੀਆਂ ਸਾਗਵਾਨ ਦੀ ਲੱਕੜ ਦੀਆਂ ਬਣੀਆਂ ਹੁੰਦੀਆਂ ਸਨ ਜੀ। ਇਹਨਾਂ ਵਿੱਚ 2 ਝਰੀਆਂ ਪਾਈਆਂ ਹੁੰਦੀਆਂ ਸਨ ਜੀ। ਠੀਕ ਹੈ ਜੀ, ਜਿਨ੍ਹਾਂ ਵਿੱਚ ਤਾਰਾਂ ਨੂੰ ਰੱਖਿਆ ਜਾਂਦਾ ਸੀ। ਇਹ ਤੁਹਾਡੇ ਸਾਹਮਣੇ ਨੇ ਜੀ 2 ਝਰੀਆਂ, ਇਹਨਾਂ ਵਿੱਚ ਹੀ ਤਾਰਾਂ ਨੂੰ ਫਿੱਟ ਕੀਤਾ ਜਾਂਦਾ ਸੀ। ਨੈਕਸਟ ਹੈ ਜੀ PVC ਕੇਸਿੰਗ ਕੈਪਿੰਗ। ਇਸ ਨੇ ਅੱਜ ਕੱਲ੍ਹ ਲੱਕੜ ਦੀ ਕੇਸਿੰਗ ਕੈਪਿੰਗ ਦੀ ਥਾਂ ਲੈ ਲਈ ਹੈ ਜੀ। ਇਹ ਘੱਟ ਥਾਂ ਘੇਰਦੀ ਹੈ ਅਤੇ ਜ਼ਿਆਦਾ ਤਾਰਾਂ ਲੈ ਜਾ ਸਕਦੀ ਹੈ। ਇਹ ਇੱਕੋ ਝਰੀ ਦੀ ਚੌੜੀ ਆਕਾਰ ਦੀ ਬਣੀ ਹੁੰਦੀ ਹੈ। ਇਹ ਹੈ ਜੀ PVC ਕੇਸਿੰਗ ਕੈਪਿੰਗ। ਇਸ ਤਰ੍ਹਾਂ ਹੋਰ ਵੀ ਬਹੁਤ ਸਾਰੇ ਪਦਾਰਥ ਨੇ ਜੀ, ਜਿਵੇਂ ਬੈਟਨ, ਲਿੰਕ ਕਲਿਪਸ, ਮੇਖਾਂ ਜਾਂ ਬਰੰਜੀ, ਲੱਕੜੀ ਦੇ ਪੇਚ, ਗੱਟੀਆਂ, ਰਾਊਂਡ ਬਲਾਕਸ, ਕੰਡਿਊਟ ਪਾਈਪਸ, PVC ਪਾਈਪਾਂ, ਇਹ ਸਾਰੇ ਬਹੁਤ ਜ਼ਿਆਦਾ ਇੰਪੋਰਟੈਂਟ ਨੇ ਜੀ। ਆਓ ਹੁਣ ਅਸੀਂ ਦੇਖ ਲੈਂਦੇ ਹਾਂ ਲਚਕਦਾਰ ਕੰਡਿਊਟ। ਲਚਕਦਾਰ ਕੰਡਿਊਟ ਕਈ ਥਾਵਾਂ ਤੇ ਕੰਡਿਊਟ ਪਾਈਪਾਂ ਵਿੱਚ ਮੋੜ ਆ ਜਾਂਦੇ ਹਨ ਜੀ। ਇਹਨਾਂ ਥਾਵਾਂ ਤੇ ਫਲੈਕਸੀਬਲ ਕੰਡਿਊਟ ਵਰਤੇ ਜਾਂਦੇ ਨੇ, ਜਿਹਨੂੰ ਅਸੀਂ ਲਚਕਦਾਰ ਕੰਡਿਊਟ ਕਹਿ ਦਿੰਦੇ ਹਾਂ ਜੀ। ਇਹਨਾਂ ਦੀ ਵਰਤੋਂ ਸਵਿੱਚਾਂ ਅਤੇ ਟਰਮੀਨਲ ਬਕਸ ਕੋਲ ਕੀਤੀ ਜਾਂਦੀ ਹੈ। ਠੀਕ ਹੈ ਜੀ, ਨੈਕਸਟ ਹੈ ਜੀ ਸਾਡੇ ਕੋਲ ਐਲਬੋ। ਇਹ ਤਿੱਖੇ ਮੋੜ ਦੀ ਢਲਾਈ ਨਾਲ ਬਣੀ ਫਿਟਿੰਗ ਹੈ ਜੀ। ਇਸ ਦੀ ਵਰਤੋਂ ਪਾਈਪਾਂ ਵਿੱਚ 90 ਡਿਗਰੀ ਦਾ ਤਿੱਖਾ ਮੋੜ ਦੇਣ ਵਾਸਤੇ ਕੀਤੀ ਜਾਂਦੀ ਹੈ ਜੀ। ਇਹ ਸਾਰੀਆਂ ਹੀ ਐਲਬੋਆਂ ਨੇ ਜੀ, ਅਲੱਗ-ਅਲੱਗ ਪ੍ਰਕਾਰ ਦੀਆਂ, ਜਿਵੇਂ ਜੀ ਕੋਪਲਿੰਗ, ਨਿੱਪਲ, ਬੈਂਡ, ਟੀ, ਜੁਆਇੰਟ ਬਾਕਸ, ਇਹ ਸਾਰੀਆਂ ਹੀ ਐਲਬੋਆਂ ਨੇ ਜੋ ਕਿ ਵਰਤੀਆਂ ਜਾਂਦੀਆਂ ਨੇ ਇਲੈਕਟ੍ਰਿਕ ਵਾਇਰਿੰਗ ਵਿੱਚ। ਨੈਕਸਟ ਹੈ ਸਾਡੇ ਕੋਲ ਅਰਥ ਕਲਿਪਸ। ਇਹ ਤਾਂਬੇ ਦੀ ਪੱਤੀ ਦੇ ਬਣੇ ਗੋਲ ਕਲੈਂਪਸ ਹੁੰਦੇ ਹਨ ਜੀ। ਇਹਨਾਂ ਦੀ ਵਰਤੋਂ ਕੰਡਿਊਟ ਪਾਈਪਾਂ ਨੂੰ ਅਰਥ ਕਰਨ ਲਈ ਕੀਤੀ ਜਾਂਦੀ ਹੈ। ਠੀਕ ਹੈ ਜੀ, ਇਹਨਾਂ ਨੂੰ ਕਹਿੰਦੇ ਹਾਂ ਅਸੀਂ ਅਰਥ ਕਲਿਪਸ। ਆਓ ਜੀ ਹੁਣ ਅਸੀਂ ਘਰੇਲੂ ਵਾਇਰਿੰਗ ਵਿੱਚ ਮੇਨ ਸਪਲਾਈ ਤੋਂ ਲੋਡ ਨੂੰ ਸਪਲਾਈ ਦੇਣ ਵਾਸਤੇ ਜਿਹੜੀਆਂ ਪ੍ਰਣਾਲੀਆਂ ਬਣਾਈਆਂ ਜਾਂਦੀਆਂ ਨੇ ਉਹਨਾਂ ਨੂੰ ਦੇਖ ਲੈਂਦੇ ਹਾਂ ਜੀ। ਇਸ ਵਿੱਚ 2 ਨੇ ਜੀ, ਰੁੱਖ ਪ੍ਰਣਾਲੀ ਅਤੇ ਡਿਸਟ੍ਰੀਬਿਊਸ਼ਨ ਪ੍ਰਣਾਲੀ। ਆਓ ਜੀ ਹੁਣ ਅਸੀਂ ਪਹਿਲਾਂ ਰੁੱਖ ਪ੍ਰਣਾਲੀ ਬਾਰੇ ਜਾਣਕਾਰੀ ਪ੍ਰਾਪਤ ਕਰ ਲੈਂਦੇ ਹਾਂ। ਰੁੱਖ ਪ੍ਰਣਾਲੀ ਵਿੱਚ ਹੀ ਬ੍ਰਾਂਚ ਸਰਕਟ ਮੇਨ ਲਾਈਨ ਤੋਂ ਥਾਂ ਤੇ ਲੋੜ ਅਨੁਸਾਰ ਟੈਪ ਕੀਤੇ ਜਾਂਦੇ ਨੇ। ਠੀਕ ਹੈ ਜੀ, ਇਸ ਪ੍ਰਣਾਲੀ ਦੀ ਵਰਤੋਂ ਪਹਿਲਾਂ ਕੀਤੀ ਜਾਂਦੀ ਸੀ। ਹੁਣ ਇਸ ਵਿੱਚ ਬਹੁਤ ਜ਼ਿਆਦਾ ਸਮੱਸਿਆਵਾਂ ਆ ਚੁੱਕੀਆਂ ਨੇ ਜੀ। ਇਹ ਸਮੱਸਿਆ ਬਾਰੇ ਜਾਣਕਾਰੀ ਦੇਖ ਲੈਂਦੇ ਹਾਂ ਜੀ। ਫਿਊਜ਼ ਕਈ ਥਾਵਾਂ ਤੇ ਫੈਲ ਜਾਂਦੇ ਨੇ ਜੀ। ਇਹ ਸਮੱਸਿਆ ਹੁੰਦੀ ਹੈ ਇੱਕ ਤਾਂ ਇਸ 'ਚ। ਦੂਸਰੀ, ਦੋਸ਼ ਲੱਭਣਾ ਔਖਾ ਹੈ ਜੀ। ਠੀਕ ਹੈ ਜੀ, ਇਸ ਵਿੱਚ ਜੇ ਕੋਈ ਵੀ ਪ੍ਰੋਬਲਮ ਆ ਜਾਵੇ ਉਸ ਨੂੰ ਲੱਭਣਾ ਬਹੁਤ ਹੀ ਔਖਾ ਜੀ। ਇਸ ਦੀ ਦਿਖਾਵਟ ਵੀ ਚੰਗੀ ਨਹੀਂ ਲੱਗਦੀ ਜੀ। ਜੋੜਾਂ ਦੀ ਸੰਖਿਆ ਬਹੁਤ ਵੱਧ ਹੁੰਦੀ ਹੈ ਜੀ। ਨੁਕਸ ਦੂਰ ਕਰਨ ਵੇਲੇ ਇਹਨਾਂ ਜੋੜਾਂ ਦੀ ਪੜਤਾਲ ਕਰਨੀ ਔਖੀ ਹੋ ਜਾਂਦੀ ਹੈ ਜੀ। ਠੀਕ ਹੈ ਜੀ, ਇਸ ਕਾਰਨ ਇਸ ਦੀ ਵਰਤੋਂ ਅੱਜ ਕੱਲ੍ਹ ਨਹੀਂ ਹੁੰਦੀ ਜੀ। ਇਸ ਦਾ ਇੱਕ ਲਾਭ ਵੀ ਹੈ ਜੀ ਕਿ ਇਹ ਘੱਟ ਖਰਚੀਲੀ ਹੈ। ਠੀਕ ਹੈ ਜੀ, ਇਹ ਘੱਟ ਖਰਚੀਲੀ ਹੈ ਜੀ।
ਇਹ ਜ਼ਿਆਦਾ ਮਹਿੰਗੀ ਨਹੀਂ ਹੈ ਜੀ। ਆਓ ਜੀ ਹੁਣ ਅਸੀਂ ਦੂਸਰੀ ਡਿਸਟ੍ਰੀਬਿਊਸ਼ਨ ਪ੍ਰਣਾਲੀ ਬਾਰੇ ਜਾਣਕਾਰੀ ਪ੍ਰਾਪਤ ਕਰ ਲੈਂਦੇ ਹਾਂ। ਇਸ ਪ੍ਰਣਾਲੀ ਵਿੱਚ ਸਪਲਾਈ ਪਹਿਲਾਂ ਮੇਨ ਅਤੇ ਸਬ ਡਿਸਟ੍ਰੀਬਿਊਸ਼ਨ ਬੋਰਡਾਂ ਨੂੰ ਦਿੱਤੀ ਜਾਂਦੀ ਹੈ ਜੀ। ਇਹਨਾਂ ਬੋਰਡਾਂ ਤੋਂ ਬ੍ਰਾਂਚ ਸਰਕਟਾਂ ਨੂੰ ਸਪਲਾਈ ਪ੍ਰਾਪਤ ਹੁੰਦੀ ਹੈ ਜੀ। ਹਰ ਸਰਕਟ ਵਾਸਤੇ ਵੱਖਰਾ ਫਿਊਜ਼ ਜਾਂ ਸਰਕਟ ਬ੍ਰੇਕਰ ਲਾਇਆ ਜਾਂਦਾ ਹੈ। ਅਸੀਂ ਚਿੱਤਰ ਵਿੱਚ ਦੇਖ ਸਕਦੇ ਹਾਂ, ਸਭ ਤੋਂ ਪਹਿਲਾਂ ਮੇਨ ਸਪਲਾਈ ਆ ਰਹੀ ਹੈ ਜੀ, ਠੀਕ ਹੈ ਜੀ। ਇਹ ਮੇਨ ਸਵਿੱਚ 'ਚ ਆ ਰਹੀ ਹੈ। ਇਸ ਤੋਂ ਬਾਅਦ ਜੀ ਡਿਸਟ੍ਰੀਬਿਊਸ਼ਨ ਵਿੱਚ ਜਾ ਰਹੀ ਹੈ ਸਾਰਿਆਂ ਜੀ, ਤੇ ਸਾਰੇ ਹੀ ਡਿਸਟ੍ਰੀਬਿਊਸ਼ਨ ਬੋਰਡਾਂ ਦੇ ਵਿੱਚ ਹੀ ਅਲੱਗ-ਅਲੱਗ ਫਿਊਜ਼ ਲੱਗੇ ਹੋਏ ਨੇ ਜੀ, ਜਿਸ ਕਾਰਨ ਕੋਈ ਪ੍ਰੋਬਲਮ ਨਹੀਂ ਆਉਂਦੀ ਜੀ। ਜਿਹੜੇ ਵੀ ਡਿਸਟ੍ਰੀਬਿਊਸ਼ਨ ਦਾ ਫਿਊਜ਼ ਉੱਡ ਜਾਵੇ ਜੀ, ਉਸਦਾ ਅਲੱਗ ਤੋਂ ਹੀ ਸਮੱਸਿਆ ਹੱਲ ਕੀਤੀ ਜਾ ਸਕਦੀ ਹੈ ਜੀ, ਜਿਸ ਦੇ ਕਾਰਨ ਬਾਕੀ ਸਪਲਾਈ 'ਤੇ ਕੋਈ ਪ੍ਰੋਬਲਮ ਨਹੀਂ ਆਉਂਦੀ ਜੀ। ਆਓ ਜੀ ਹੁਣ ਅਸੀਂ ਡਿਸਟ੍ਰੀਬਿਊਸ਼ਨ ਪ੍ਰਣਾਲੀ ਦੇ ਜੋ ਫਾਇਦੇ ਨੇ ਉਸ ਬਾਰੇ ਦੇਖ ਲੈਂਦੇ ਹਾਂ ਜੀ। ਸਭ ਤੋਂ ਪਹਿਲਾਂ ਜੀ ਸਾਰੇ ਪੁਆਇੰਟਾਂ ਨੂੰ ਇੱਕੋ ਜਿਹੀ ਵੋਲਟੇਜ ਮਿਲਦੀ ਹੈ ਜੀ। ਜਿੰਨੇ ਵੀ ਇਸ 'ਚ ਡਿਸਟ੍ਰੀਬਿਊਸ਼ਨ ਪੁਆਇੰਟ ਲਗਾਏ ਜਾਂਦੇ ਨੇ ਜੀ, ਸਾਰੇ ਪੁਆਇੰਟਾਂ ਨੂੰ ਇੱਕੋ ਜਿਹੀ ਵੋਲਟੇਜ ਪ੍ਰਾਪਤ ਹੁੰਦੀ ਹੈ ਜੀ। ਇਸ ਵਿੱਚ ਦੋਸ਼ ਲੱਭਣਾ ਵੀ ਬਹੁਤ ਆਸਾਨ ਹੈ ਜੀ। ਉੱਡਿਆ ਹੋਇਆ ਫਿਊਜ਼ ਦੋਸ਼ ਵਾਲੇ ਸਰਕਟ ਨੂੰ ਪ੍ਰਗਟ ਕਰ ਦਿੰਦਾ ਹੈ ਜੀ, ਠੀਕ ਹੈ ਜੀ। ਫਿਊਜ਼ ਇੱਕੋ ਥਾਂ ਤੇ ਲੱਗੇ ਹੋਣ ਕਾਰਨ ਬਦਲਣੇ ਸੌਖੇ ਹਨ ਜੀ, ਠੀਕ ਹੈ ਜੀ। ਫਿਊਜ਼ਾਂ ਨੂੰ ਬਦਲਣਾ ਬਹੁਤ ਸੌਖਾ ਹੈ ਜੀ ਇਸ 'ਚ ਲੋੜ ਅਨੁਸਾਰ ਸਰਕਟ ਵਧਾਏ ਜਾਂ ਘਟਾਏ ਜਾ ਸਕਦੇ ਹਨ ਜੀ। ਦਿਖਾਵਟ ਸਾਫ਼ ਸੁਥਰੀ ਹੈ ਜੀ, ਠੀਕ ਹੈ ਜੀ। ਇਹ ਸਾਰੇ ਇਹਦੇ ਲਾਭ ਨੇ ਜੀ। ਇਹਦੀ ਕਹਾਣੀ ਹੈ ਜੀ, ਇਸ ਵਿੱਚ ਤਾਰ ਜ਼ਿਆਦਾ ਲੱਗਦੀ ਹੈ ਜੀ, ਤੇ ਇਹ ਬਹੁਤ ਹੀ ਮਹਿੰਗੀ ਹੈ ਜੀ, ਠੀਕ ਹੈ। ਡਿਸਟ੍ਰੀਬਿਊਸ਼ਨ ਪ੍ਰਣਾਲੀ। ਆਓ ਜੀ ਹੁਣ ਅਸੀਂ ਵਾਇਰਿੰਗ ਦੀਆਂ ਕਿਸਮਾਂ ਬਾਰੇ ਜਾਣਕਾਰੀ ਪ੍ਰਾਪਤ ਕਰ ਲੈਂਦੇ ਹਾਂ ਜੀ। ਇਹ 5 ਪ੍ਰਕਾਰ ਦੀ ਹੁੰਦੀ ਹੈ ਜੀ। ਫਸਟ ਹੈ ਜੀ ਕਲੀਟ ਵਾਇਰਿੰਗ, ਫਿਰ ਹੈ ਜੀ ਕੇਸਿੰਗ ਕੈਪਿੰਗ, ਫਿਰ ਹੈ ਜੀ ਬੈਟਨ ਵਾਇਰਿੰਗ, ਫਿਰ ਹੈ ਜੀ ਮੈਟਲ ਸੀਥਡ, ਫਿਰ ਹੈ ਜੀ ਕੰਡਿਊਟ ਵਾਇਰਿੰਗ। ਸਭ ਤੋਂ ਪਹਿਲਾਂ ਅਸੀਂ ਕਲੀਟ ਵਾਇਰਿੰਗ ਬਾਰੇ ਜਾਣਕਾਰੀ ਪ੍ਰਾਪਤ ਕਰ ਲੈਂਦੇ ਹਾਂ। ਇਸ ਦਾ ਲਾਗਤ ਮੁੱਲ ਬਹੁਤ ਘੱਟ ਹੈ ਜੀ, ਜੀਵਨ ਕਾਲ ਘੱਟ ਹੈ ਜੀ ਇਸਦਾ, ਠੀਕ ਹੈ ਜੀ। ਲੰਮਾ ਸਮਾਂ ਨਹੀਂ ਚੱਲਦੀ। ਦਿਖਾਵਟ ਇਸਦੀ ਚੰਗੀ ਨਹੀਂ ਹੈਗੀ ਜੀ। ਅੱਗ ਤੋਂ ਬਚਾਅ ਠੀਕ ਠਾਕ ਹੈ ਜੀ। ਨਮੀ ਦਾ ਪ੍ਰਭਾਵ ਵੀ ਇਸ 'ਤੇ ਬਹੁਤ ਘੱਟ ਹੈ ਜੀ। ਜੰਤਰਿਕ ਹਾਨੀ ਬਹੁਤ ਜ਼ਿਆਦਾ ਜੀ ਇਸ 'ਤੇ। ਪਾਏਦਾਰੀ ਘੱਟ ਹੈ ਜੀ। ਤਾਰਾਂ ਨੂੰ ਬਦਲਣਾ ਇਸ ਵਿੱਚ ਸੌਖਾ ਹੈ ਜੀ। ਕਾਰੀਗਰੀ ਇਸ ਵਿੱਚ ਬਹੁਤ ਘੱਟ ਹੈ ਜੀ। ਵਰਤੋਂ ਦੀ ਥਾਂ ਇਹ ਜੀ ਅਸਥਾਈ ਹੈ। ਇਸ ਦੀ ਕੋਈ ਸਥਾਈ ਵਰਤੋਂ ਵਾਲੀ ਥਾਂ ਨਹੀਂ ਹੈ ਜੀ। ਵੋਲਟੇਜ ਇਸ ਵਿੱਚ 250 ਵੋਲਟ ਯੂਜ਼ ਕੀਤੀ ਜਾਂਦੀ ਹੈ। ਨੈਕਸਟ ਹੈ ਜੀ ਕੇਸਿੰਗ ਕੈਪਿੰਗ। ਇਸ ਦੇ ਲਾਗਤ ਮੁੱਲ ਦਰਮਿਆਨਾ ਹੈ ਜੀ, ਨਾ ਘੱਟ ਹੈ ਨਾ ਵੱਧ ਹੈ ਜੀ। ਇਸ ਦਾ ਜੀਵਨ ਕਾਲ ਲੰਮਾ ਹੈ ਜੀ। ਦਿਖਾਵਟ ਚੰਗੀ ਹੈ ਇਸਦੀ ਜੀ। ਅੱਗ ਤੋਂ ਬਚਾਅ ਇਸਦਾ ਬਹੁਤ ਘੱਟ ਹੈ ਜੀ। ਨਮੀ ਦਾ ਪ੍ਰਭਾਵ ਇਸ 'ਤੇ ਬਹੁਤ ਹੈ ਜੀ। ਜੰਤਰਿਕ ਹਾਨੀ ਇਸ 'ਤੇ ਘੱਟ ਹੈ ਜੀ। ਪਾਏਦਾਰੀ ਚੰਗੀ ਹੈ ਜੀ। ਤਾਰਾਂ ਨੂੰ ਬਦਲਣਾ ਇਸ ਵਿੱਚ ਔਖਾ ਹੈ ਜੀ। ਕਾਰੀਗਰੀ ਵੱਧ ਹੈ ਜੀ। ਵਰਤੋਂ ਦੀ ਥਾਂ ਪੱਕੇ ਰੂਪ ਵਿੱਚ ਘਰਾਂ ਅੰਦਰ ਕੀਤੀ ਜਾਂਦੀ ਹੈ ਜੀ, ਠੀਕ ਹੈ ਜੀ। ਘਰਾਂ ਦੇ ਅੰਦਰ ਇਸ ਦੀ ਵਰਤੋਂ ਕੀਤੀ ਜਾਂਦੀ ਹੈ ਜੀ। ਵੋਲਟੇਜ ਇਸ 'ਚ ਵੀ 250 ਵੋਲਟੇਜ ਦਾ ਵਰਤੀ ਜਾਂਦੀ ਹੈ ਜੀ। ਨੈਕਸਟ ਹੈ ਜੀ ਬੈਟਨ ਵਾਇਰਿੰਗ। ਇਸ ਦਾ ਲਾਗਤ ਮੁੱਲ ਘੱਟ ਹੈ ਜੀ। ਜੀਵਨ ਕਾਲ ਲੰਮਾ ਹੈ ਜੀ। ਦਿਖਾਵਟ ਚੰਗੀ ਹੈ ਜੀ। ਅੱਗ ਤੋਂ ਬਚਾਅ ਬਹੁਤ ਘੱਟ ਹੈ ਜੀ ਇਸਦਾ। ਨਮੀ ਦਾ ਪ੍ਰਭਾਵ ਬਹੁਤ ਹੈ ਜੀ ਇਸ 'ਤੇ। ਜੰਤਰਿਕ ਹਾਨੀ ਵੱਧ ਹੈ ਜੀ। ਪਾਏਦਾਰੀ ਚੰਗੀ ਹੈ ਜੀ। ਤਾਰ ਨੂੰ ਬਦਲਣਾ ਸੌਖਾ ਹੈ ਜੀ। ਕਾਰੀਗਰੀ ਘੱਟ ਹੈ ਜੀ। ਇਸ ਦੀ ਵਰਤੋਂ ਵੀ ਪੱਕੇ ਘਰਾਂ ਦੇ ਵਿੱਚ ਕੀਤੀ ਜਾਂਦੀ ਹੈ ਜੀ। ਨੈਕਸਟ ਹੈ ਜੀ ਮੈਟਲ ਸੀਥਡ। ਇਸ ਦਾ ਲਾਗਤ ਮੁੱਲ ਬਹੁਤ ਮਹਿੰਗਾ ਹੈ ਜੀ, ਠੀਕ ਹੈ ਜੀ। ਜੀਵਨ ਕਾਲ ਇਸਦਾ ਲੰਮਾ ਹੁੰਦਾ ਹੈ। ਦਿਖਾਵਟ ਸਧਾਰਨ ਹੁੰਦੀ ਹੈ ਜੀ। ਅੱਗ ਤੋਂ ਬਚਾਅ ਵਧੀਆ ਹੁੰਦਾ ਜੀ। ਨਮੀ ਦਾ ਪ੍ਰਭਾਵ ਇਸ 'ਤੇ ਬਹੁਤ ਘੱਟ ਹੁੰਦਾ ਜੀ। ਜੰਤਰਿਕ ਹਾਨੀ ਵੀ ਘੱਟ ਹੁੰਦੀ ਹੈ ਜੀ। ਪਾਏਦਾਰੀ ਚੰਗੀ ਹੈ ਜੀ। ਤਾਰਾਂ ਨੂੰ ਬਦਲਣਾ ਬਹੁਤ ਔਖਾ ਹੈ ਜੀ ਇਸ 'ਚ। ਕਾਰੀਗਰੀ ਬਹੁਤ ਵੱਧ ਹੈ ਜੀ। ਇਸ ਨੂੰ ਵੀ ਘਰਾਂ ਤੋਂ ਬਾਹਰ ਵਰਤੇ ਜਾਂਦੇ ਜੀ। ਅੱਗੇ ਜੀ ਕੰਡਿਊਟ ਵਾਇਰਿੰਗ। ਇਸ ਦਾ ਲਾਗਤ ਮੁੱਲ ਬਹੁਤ ਜ਼ਿਆਦਾ ਹੈ ਜੀ। ਜੀਵਨ ਕਾਲ ਬਹੁਤ ਲੰਬਾ ਹੈ ਜੀ। ਦਿਖਾਵਟ ਬਹੁਤ ਚੰਗੀ ਹੈ ਜੀ। ਅੱਗ ਤੋਂ ਬਚਾਅ ਬਹੁਤ ਚੰਗਾ ਹੈ ਜੀ। ਨਮੀ ਦਾ ਪ੍ਰਭਾਵ ਬਹੁਤ ਘੱਟ ਹੈ ਜੀ ਇਸ 'ਤੇ। ਜੰਤਰਿਕ ਹਾਨੀ ਵੀ ਬਹੁਤ ਘੱਟ ਹੈ ਜੀ। ਪਾਏਦਾਰੀ ਚੰਗੀ ਹੈ ਜੀ। ਤਾਰਾਂ ਨੂੰ ਬਦਲਣਾ ਕੁਝ ਔਖਾ ਹੈ ਜੀ। ਕਾਰੀਗਰੀ ਬਹੁਤ ਵੱਧ ਹੈ ਇਸ 'ਚ। ਇਸ ਨੂੰ ਕਾਰਖਾਨਿਆਂ ਅਤੇ ਘਰਾਂ ਆਦਿ ਥਾਂ 'ਤੇ ਵਰਤੇ ਜਾਂਦੇ ਜੀ, ਠੀਕ ਹੈ ਜੀ। ਇਸ ਨੂੰ ਕਾਰਖਾਨਿਆਂ ਵਿੱਚ ਵੀ ਅਤੇ ਘਰਾਂ ਵਿੱਚ ਵੀ ਸਭ ਥਾਵਾਂ 'ਤੇ
ਵਰਤੇ ਜਾਂਦੇ ਜੀ ਕੰਡਿਊਟ ਵਾਇਰਿੰਗ ਨੂੰ, ਤੇ ਇਹ 250 ਵੋਲਟ ਤੋਂ ਲੈ ਕੇ 440 ਵੋਲਟ ਤੱਕ ਵਰਤੀ ਜਾਂਦੀ ਹੈ। ਠੀਕ ਹੈ ਜੀ। ਇਸ ਵਿੱਚ ਸਭ ਤੋਂ ਜੀ ਜੋ ਮਹਿੰਗੀ ਲਾਗਤ ਵਾਲੀ ਹੈ ਉਹ ਹੈ ਮੈਟਲ ਸੀਥਡ ਜੀ। ਠੀਕ ਹੈ ਜੀ। ਇਸ ਵਿੱਚ ਸਭ ਤੋਂ ਮਹਿੰਗੀ ਤੇ ਜ਼ਿਆਦਾ ਵਰਤੀ ਜਾਣ ਵਾਲੀ ਕੰਡਿਊਟ ਵਾਇਰਿੰਗ ਹੈ, ਜੋ ਕਿ ਕਾਰਖਾਨਿਆਂ ਤੇ ਘਰਾਂ ਸਭ ਥਾਵਾਂ ਤੇ ਵਰਤੀ ਜਾਂਦੀ ਹੈ ਜੀ। ਆਓ ਜੀ ਹੁਣ ਅਸੀਂ ਇਸ ਨਾਲ ਸੰਬੰਧਿਤ ਕੁਝ ਮਹੱਤਵਪੂਰਨ ਕੁਐਸਚਨ ਦੇਖ ਲੈਂਦੇ ਹਾਂ ਜੀ। ਫਸਟ ਕੁਐਸਚਨ ਹੈ ਜੀ, ਭਾਰਤੀ ਬਿਜਲੀ ਨਿਯਮ ਅਨੁਸਾਰ ਸਪਲਾਈ ਵੋਲਟੇਜ ਵੱਧ ਘਟ ਸਕਦੀ ਹੈ। ਆਪਸ਼ਨ ਏ 20%, ਬੀ ਹੈ ਜੀ 5%, ਸੀ ਹੈ ਜੀ 10%। ਤਾਂ ਇਹਦਾ ਸਹੀ ਉੱਤਰ ਕੀ ਹੈ ਜੀ? ਆਪਸ਼ਨ ਬੀ 5%। 5% ਵੋਲਟੇਜ ਵੱਧ ਘਟ ਸਕਦੀ ਹੈ। ਠੀਕ ਹੈ ਜੀ, ਭਾਰਤੀ ਬਿਜਲੀ ਨਿਯਮ ਅਨੁਸਾਰ। ਸੈਕੰਡ ਕੁਐਸਚਨ ਹੈ ਜੀ, ਡਿਸਟ੍ਰੀਬਿਊਸ਼ਨ ਕੇਬਲ ਜਾਂ ਲਾਈਨ ਤੋਂ ਖਪਤਕਾਰ ਦੇ ਮੀਟਰ ਤੱਕ ਜਾਣ ਵਾਲੀ ਤਾਰ ਨੂੰ ਕੀ ਕਹਿੰਦੇ ਨੇ? ਆਪਸ਼ਨ ਏ ਹੈ ਜੀ ਮੇਨ ਸਪਲਾਈ, ਬੀ ਹੈ ਜੀ ਪ੍ਰਾਇਮਰੀ ਸਪਲਾਈ, ਸੀ ਹੈ ਜੀ ਸਰਵਿਸ ਮੇਨਸ। ਇਹਦਾ ਸਹੀ ਉੱਤਰ ਕੀ ਹੈ ਜੀ? ਆਪਸ਼ਨ ਸੀ ਸਰਵਿਸ ਮੇਨਸ। ਸਰਵਿਸ ਮੇਨਸ ਕਹਿੰਦੇ ਨੇ ਜੀ ਡਿਸਟ੍ਰੀਬਿਊਸ਼ਨ ਪ੍ਰਣਾਲੀ ਦੇ ਵਿੱਚ ਜੋ ਖਪਤਕਾਰ ਦੇ ਮੀਟਰ ਤੱਕ ਜਾਣ ਵਾਲੀ ਤਾਰ ਹੁੰਦੀ ਹੈ ਜੀ। ਠੀਕ ਹੈ ਜੀ। ਕੁਐਸਚਨ ਨੰਬਰ 3 ਹੈ ਜੀ, ਮੈਗਰ ਰੈਜ਼ਿਸਟੈਂਸ ਦੀ ਇਕਾਈ ਮਾਪਦਾ ਹੈ। ਆਪਸ਼ਨ ਏ ਜੀ ਮੈਗਾ ਓਮ ਵਿੱਚ, ਬੀ ਹੈ ਜੀ ਕਿਲੋ ਓਮ ਵਿੱਚ, ਸੀ ਹੈ ਜੀ ਮਿਲੀ ਓਮ ਵਿੱਚ। ਇਹਦਾ ਸਹੀ ਉੱਤਰ ਕੀ ਹੈ ਜੀ? ਆਪਸ਼ਨ ਨੰਬਰ ਏ ਮੈਗਾ ਓਮ ਵਿੱਚ। ਜੋ ਮੈਗਰ ਰੈਜ਼ਿਸਟੈਂਸ ਹੁੰਦਾ ਜੀ ਇਹ ਮੈਗਾ ਓਮ ਵਿੱਚ ਇਕਾਈ ਨੂੰ ਮਾਪਦਾ ਜੀ। ਕੁਐਸਚਨ ਨੰਬਰ 4 ਹੈ, ਸਵਿਚ ਬੋਰਡ ਫਿੱਟ ਕਰਨ ਦੀ ਸਹੀ ਉਚਾਈ। ਆਪਸ਼ਨ ਏ 2 ਮੀਟਰ, ਆਪਸ਼ਨ ਬੀ ਹੈ ਜੀ 1.5 ਮੀਟਰ, ਆਪਸ਼ਨ ਸੀ ਹੈ ਜੀ 2.4 ਮੀਟਰ। ਇਸ ਦਾ ਸਹੀ ਉੱਤਰ ਕੀ ਹੈ ਜੀ? ਆਪਸ਼ਨ ਨੰਬਰ ਬੀ 1.5 ਮੀਟਰ। ਠੀਕ ਹੈ ਜੀ। ਜੋ ਸਵਿਚ ਬੋਰਡ ਹੁੰਦੇ ਨੇ ਆਪਣੇ ਉਸ ਨੂੰ 1.5 ਮੀਟਰ ਦੀ ਉਚਾਈ ਤੇ ਲਗਾਉਣਾ ਚਾਹੀਦਾ ਜੀ। ਕੁਐਸਚਨ ਨੰਬਰ 5 ਹੈ ਜੀ, ਇੱਕ ਲਾਈਟ ਸਰਕਟ ਦਾ ਕੁੱਲ ਲੋਡ। ਆਪਸ਼ਨ ਏ ਜੀ 1200 ਵਾਟ ਤੋਂ ਵੱਧ ਨਹੀਂ ਹੋਣਾ ਚਾਹੀਦਾ, ਆਪਸ਼ਨ ਬੀ ਹੈ ਜੀ 1000 ਵਾਟ ਤੋਂ ਵੱਧ ਨਹੀਂ ਹੋਣਾ ਚਾਹੀਦਾ, ਆਪਸ਼ਨ ਸੀ ਹੈ ਜੀ 800 ਵਾਟ ਤੋਂ ਵੱਧ ਨਹੀਂ ਹੋਣਾ ਚਾਹੀਦਾ। ਇਸ ਦਾ ਸਹੀ ਉੱਤਰ ਕੀ ਆ ਜਾਏਗਾ ਜੀ? ਆਪਸ਼ਨ ਨੰਬਰ ਸੀ 800 ਵਾਟਸ ਤੋਂ ਵੱਧ ਨਹੀਂ ਹੋਣਾ ਚਾਹੀਦਾ। ਠੀਕ ਹੈ ਜੀ। 800 ਵਾਟਸ ਤੱਕ ਇਸ ਦਾ ਲੋਡ ਹੋ ਸਕਦਾ ਹੈ ਜੀ। ਕੁਐਸਚਨ ਨੰਬਰ 6 ਹੈ ਜੀ, ਕਿਸੇ ਵੀ ਇਲੈਕਟ੍ਰੀਕਲ ਇੰਸਟਾਲੇਸ਼ਨ ਦਾ ਲੀਕੇਜ ਕਰੰਟ ਉਸ ਦੇ ਕੁੱਲ ਲੋਡ ਕਰੰਟ ਦਾ। ਆਪਸ਼ਨ ਏ 1/5000 ਭਾਗ ਤੋਂ ਵੱਧ ਨਹੀਂ ਹੋਣਾ ਚਾਹੀਦਾ, ਬੀ ਹੈ ਜੀ 1/1000 ਭਾਗ ਤੋਂ ਵੱਧ ਨਹੀਂ ਹੋਣਾ ਚਾਹੀਦਾ, ਸੀ ਹੈ ਜੀ 1/9000 ਭਾਗ ਤੋਂ ਵੱਧ ਨਹੀਂ ਹੋਣਾ ਚਾਹੀਦਾ। ਇਸ ਦਾ ਸਹੀ ਉੱਤਰ ਕੀ ਹੈ ਜੀ? ਆਪਸ਼ਨ ਨੰਬਰ ਏ 1/5000 ਭਾਗ ਤੋਂ ਵੱਧ ਨਹੀਂ ਹੋਣਾ ਚਾਹੀਦਾ। ਠੀਕ ਹੈ ਜੀ। ਕੁਐਸਚਨ ਨੰਬਰ 7 ਹੈ ਜੀ, ਇੱਕ ਪੂਰੀ ਇੰਸਟਾਲੇਸ਼ਨ ਦੀ ਰੈਜ਼ਿਸਟੈਂਸ ਘੱਟ ਹੋਣੀ ਚਾਹੀਦੀ ਹੈ। ਆਪਸ਼ਨ ਏ 3 ਮੈਗਾ ਓਮ ਤੋਂ, ਬੀ ਹੈ ਜੀ 1 ਮੈਗਾ ਓਮ ਤੋਂ, ਸੀ ਹੈ ਜੀ 2 ਮੈਗਾ ਓਮ ਤੋਂ। ਇਸ ਦਾ ਸਹੀ ਉੱਤਰ ਕੀ ਹੈ ਜੀ? ਆਪਸ਼ਨ ਬੀ 1 ਮੈਗਾ ਓਮ ਤੋਂ। ਕੁਐਸਚਨ ਨੰਬਰ 8 ਹੈ ਜੀ, 3 ਫੇਜ਼ ਇਕਵਿਪਮੈਂਟਾਂ ਨੂੰ ਜ਼ਰੂਰੀ ਹੈ। ਆਪਸ਼ਨ ਏ ਸਿੰਗਲ ਅਰਥਿੰਗ, ਬੀ ਹੈ ਜੀ ਡਬਲ ਅਰਥਿੰਗ, ਸੀ ਹੈ ਜੀ ਟ੍ਰਿਪਲ ਅਰਥਿੰਗ। ਜੋ 3 ਫੇਜ਼ ਇਕਵਿਪਮੈਂਟਸ ਹੁੰਦੇ ਨੇ ਜੀ ਉਹਨਾਂ ਲਈ ਅਰਥਿੰਗ ਕਿਹੜੀ ਹੋਣੀ ਚਾਹੀਦੀ ਹੈ? ਇਸ ਦਾ ਸਹੀ ਉੱਤਰ ਕੀ ਹੈ ਜੀ? ਆਪਸ਼ਨ ਨੰਬਰ ਬੀ ਡਬਲ ਅਰਥਿੰਗ। 3 ਫੇਜ਼ ਇਕਵਿਪਮੈਂਟਸਾਂ ਲਈ ਡਬਲ ਅਰਥਿੰਗ ਹੋਣੀ ਚਾਹੀਦੀ ਹੈ ਜੀ। ਕੁਐਸਚਨ ਨੰਬਰ 9 ਹੈ ਜੀ, ਘਰੇਲੂ ਵਾਇਰਿੰਗ ਦੇ ਮੈਗਰ ਟੈਸਟ ਦੌਰਾਨ ਕੰਡਕਟਰ ਤੋਂ ਕੰਡਕਟਰ ਰੈਜ਼ਿਸਟੈਂਸ। ਆਪਸ਼ਨ ਏ ਜੀ 3 ਮੈਗਾ ਓਮ ਤੋਂ ਘੱਟ ਨਹੀਂ ਹੋਣੀ ਚਾਹੀਦੀ, ਆਪਸ਼ਨ ਬੀ ਹੈ ਜੀ 1 ਮੈਗਾ ਓਮ ਤੋਂ ਘੱਟ ਨਹੀਂ ਹੋਣੀ ਚਾਹੀਦੀ, ਸੀ ਹੈ ਜੀ 5 ਮੈਗਾ ਓਮ ਤੋਂ ਘੱਟ ਨਹੀਂ ਹੋਣੀ ਚਾਹੀਦੀ। ਇਸ ਦਾ ਸਹੀ ਉੱਤਰ ਕੀ ਹੈ ਜੀ? ਆਪਸ਼ਨ ਨੰਬਰ ਏ 3 ਮੈਗਾ ਓਮ ਤੋਂ ਘੱਟ ਨਹੀਂ ਹੋਣੀ ਚਾਹੀਦੀ। ਠੀਕ ਹੈ ਜੀ। ਜੋ ਘਰੇਲੂ ਵਾਇਰਿੰਗ ਦੇ ਮੀਟਰ ਟੈਸਟ ਹੁੰਦੇ ਨੇ ਕੰਡਕਟਰ ਤੋਂ ਕੰਡਕਟਰ ਰੈਜ਼ਿਸਟੈਂਸ 3 ਮੈਗਾ ਓਮ ਤੋਂ ਘੱਟ ਨਹੀਂ ਹੋਣੀ ਚਾਹੀਦੀ। ਠੀਕ ਹੈ ਜੀ। ਕੁਐਸਚਨ ਨੰਬਰ 10 ਹੈ ਜੀ, ਘਰੇਲੂ ਵਾਇਰਿੰਗ ਦੇ ਮੈਗਰ ਟੈਸਟ ਦੌਰਾਨ ਕੰਡਕਟਰ ਤੋਂ ਅਰਥ ਰੈਜ਼ਿਸਟੈਂਸ। ਆਪਸ਼ਨ ਏ ਜੀ 5 ਮੈਗਾ ਓਮ ਤੋਂ ਘੱਟ ਨਹੀਂ ਹੋਣੀ ਚਾਹੀਦੀ ਹੈ, ਬੀ ਹੈ ਜੀ 1 ਮੈਗਾ ਓਮ ਤੋਂ ਘੱਟ ਨਹੀਂ ਹੋਣੀ ਚਾਹੀਦੀ, ਸੀ ਹੈ ਜੀ 3 ਮੈਗਾ ਓਮ ਤੋਂ ਘੱਟ ਨਹੀਂ ਹੋਣੀ ਚਾਹੀਦੀ।
ਇਸ ਦਾ ਸਹੀ ਉੱਤਰ ਕੀ ਹੈ ਜੀ? ਆਪਸ਼ਨ ਨੰਬਰ ਬੀ 1 ਮੈਗਾ ਓਮ ਤੋਂ ਘੱਟ ਨਹੀਂ ਹੋਣੀ ਚਾਹੀਦੀ। ਜੋ ਘਰੇਲੂ ਵਾਇਰਿੰਗ ਦੇ ਮੈਗਰ ਟੈਸਟ ਕੰਡਕਟਰ ਤੋਂ ਅਰਥ ਰੈਜ਼ਿਸਟੈਂਸ ਉਹ 1 ਮੈਗਾ ਓਮ ਤੋਂ ਘੱਟ ਨਹੀਂ ਹੋਣਾ ਚਾਹੀਦਾ। ਘੱਟੋ ਘੱਟ 1 ਮੈਗਾ ਓਮ ਹੋਣਾ ਚਾਹੀਦਾ ਹੈ। ਠੀਕ ਹੈ ਜੀ ਰੈਜ਼ਿਸਟੈਂਸ।